ਐਕਸਕਲੂਸਿਵ ਨਰਸਰੀ ਬਣਾਈ ਹੈ ਜਿਹਦੇ ਵਿੱਚ ਸਿਰਫ ਤੇ ਸਿਰਫ ਨੇਟਿਵ ਸਪੀਸ਼ੀਜ਼ ਹੀ ਮਿਲਦੀ। ਸੋ ਇਹ ਸਾਰੇ ਹੈਡਿੰਗਸ ਨੇ ਜੀ ਉਸ ਰਿਪੋਰਟ ਤੇ ਇਹ ਅਸੀਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਸੋਹਣੇ ਸੁਚੱਜੇ ਢੰਗ ਨਾਲ 22 ਨੂੰ। ਰਵਨੀਤ ਜੀ, ਸਾਡੇ ਸਾਰੇ ਭਰਾਵਾਂ ਭੈਣਾਂ ਨੂੰ ਇੱਥੇ ਤੁਸੀਂ ਆਪਣਾ ਕੱਲ ਦਾ ਜਿਹੜਾ ਰੋਟਰੀ ਦਾ ਰਿਹਾ ਕੈਸਾ ਰਿਹਾ ਐਕਸਪੀਰੀਅੰਸ ਉਹਦੇ ਬਾਰੇ ਥੋੜਾ, ਜਿਨ੍ਹਾਂ ਨੇ ਨਹੀਂ ਵੀ ਦੇਖਿਆ, from the point of view of the potential or the point of view of the response, how was that session from yesterday with Rotary Club? ਜੀ, ਕੱਲ ਦਾ ਰੋਟਰੀ ਕਲੱਬ ਦਾ ਸਭ ਤੋਂ ਅਹਿਮ ਇਹੀ ਸੀਗਾ ਕਿ ਜਿਹੜੀਆਂ ਸੰਸਥਾਵਾਂ ਨੇ ਸਾਨੂੰ ਇਨਵਾਈਟ ਕੀਤਾ, one thing they were really impressed ਕਿ ਅਸੀਂ ਲੋਕਡਾਊਨ ਦੇ ਵਿੱਚ ਜਿਹੜੀਆਂ ਆਨਲਾਈਨ ਮੀਟਿੰਗਸ ਕਰ ਰਹੇ ਹਾਂ, ਆਨਲਾਈਨ ਸਾਡੀ ਜਿਹੜੀ ਚਰਚਾ ਚੱਲ ਰਹੀ ਹੈ, ਚਾਹੇ ਸ਼ੁਭੇਂਦੂ ਜੀ ਦੇ ਨਾਲ ਹੈ ਜਾਂ ਸ਼ੀਤਲ ਆਮਟੇ, ਜਿੰਨੇ ਵੀ ਡਾਇਵਰਸ ਸਾਡੇ ਨਾਲ ਲੋਕ ਆਏ ਨੇ, ਉਹਦੀ ਆਊਟਰੀਚ ਬਹੁਤ ਅਲੱਗ ਕਿਸਮ, ਮਤਲਬ ਸਾਡੀ ਜਿਹੜੀ ਜਨਰਲ ਜਨਤਾ ਆਡੀਅנס ਹੈ ਉਹਨਾਂ ਤੋਂ ਅਲੱਗ ਪਹੁੰਚੀ ਹੈ, ਮਤਲਬ ਕੋਈ ਬਹੁਤ ਵੱਡਾ ਬੈਰੀਅਰ ਕ੍ਰਾਸ ਹੋਇਆ। ਤੇ ਇਹ ਸਾਰੇ ਯੂਥ ਨੇ ਜਿਹੜੇ ਇੰਸਟਾਗ੍ਰਾਮ ਤੇ ਮੌਜੂਦ ਰਹਿੰਦੇ ਨੇ, ਜਿਵੇਂ ਡਾਕਟਰ ਸਾਹਿਬ ਨੂੰ ਤੁਸੀਂ ਜਾਣਦੇ, ਕਵਲਪ੍ਰੀਤ ਸਿੰਘ ਜੱਜ, ਡਾਕਟਰ ਸਾਹਿਬ ਤੁਸੀਂ ਜਾਣਦੇ ਹੋ। ਹਾਂਜੀ, ਉਹ ਇਹ ਰੋਟਰੈਕਟ ਕਲੱਬ ਹਿਮਾਲਯਨ ਕਰਕੇ ਸੰਸਥਾ ਹੈਗੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ, ਉਹਦਾ ਵਾਈਸ ਪ੍ਰੈਜ਼ੀਡੈਂਟ ਹੈ। ਤੇ ਇਹਨੇ, ਹਾਂਜੀ, ਉਹ ਹੁਣ PhD ਕਰਦਾ ਪਿਆ ਜੀ, ਮੁੰਡਾ ਇੰਨਾ ਪੜ੍ਹ ਗਿਆ। ਵੈਰੀ ਗੁੱਡ, ਵੈਰੀ ਗੁੱਡ, ਯੈਸ। ਤੇ ਉਹਨੇ ਫਿਰ ਆਪਣੀ ਇੱਕ ਹਿਮਾਲਯਨ ਯੰਗ ਲਿੰਕਸ ਕਰਕੇ ਹੈਗੀ ਆ ਸੰਸਥਾ, ਜਿਹੜੀ ਸ਼ਿਮਲੇ ਦੇ ਵਿੱਚ, ਜਿਨ੍ਹਾਂ ਦਾ ਪ੍ਰੈਜ਼ੀਡੈਂਟ ਹੈ ਅਮਨ ਕਰਕੇ, ਉਹਨਾਂ ਨਾਲ ਗੱਲ ਕੀਤੀ। ਤੇ ਇੱਕ ਇਹਨਾਂ ਦਾ ਲੋਕਡਾਊਨ ਸੀਰੀਜ਼ ਦੇ ਵਿੱਚ ਚੱਲਦਾ ਵੈਸੇ ਵੇਕ ਅਪ ਕਾਲ, ਕੋਵਿਡ ਦੇ ਉੱਪਰ ਸਪੈਸ਼ਲ ਸੀਰੀਜ਼ ਚੱਲਦੀ ਪਈ ਸੀ। ਤੇ ਇਹਨਾਂ ਨੇ ਕੋਵਿਡ ਦੇ ਨਾਲ ਬਾਇਓਡਾਇਵਰਸਿਟੀ ਬਾਰੇ ਜਾਣਕਾਰੀ ਲੈਣੀ ਚਾਹੀ, ਤੇ ਉਹਨਾਂ ਨੇ ਫਿਰ ਈਕੋਸਿੱਖ ਦਾ ਨਾਮ ਰਿਕਮੈਂਡੇਸ਼ਨ ਹੋਈ। ਤੇ ਇਹਨਾਂ ਨਾਲ ਜਿੰਨੇ ਸਾਨੂੰ ਪਲੱਸ ਪੁਆਇੰਟ ਇਹ ਮਿਲਿਆ ਕਿ ਆਡੀਅנס ਜਿਹੜੀ ਸੀ ਨਾਨ ਸਿੱਖ ਤੇ ਯੰਗ ਆਡੀਅנס ਬਹੁਤ ਜ਼ਿਆਦਾ ਸੀਗੀ ਜਿਹੜੀ ਇਹਨਾਂ ਦੇ ਨਾਲ, ਕਿਉਂਕਿ ਸਾਰਾ ਯੰਗਸਟਰਸ ਦਾ ਹੀ ਸੀਗਾ ਜਿੰਨਾ ਸਰਕਲ ਸੀਗਾ। ਤੇ ਜਿੰਨਾ ਵੀ ਆਨਲਾਈਨ ਹੋਇਆ ਉਹਨਾਂ ਤੱਕ ਇੱਕ ਤਾਂ ਖਾਸ ਗੱਲ ਅਸੀਂ ਇਹ ਪਹੁੰਚਾ ਪਾਏ, ਕਿਉਂਕਿ ਉਹਨੇ ਕੁੜੀ ਜਿਹੜੀ ਸੀ ਉਹ ਸਰਦਾਰਾਂ ਦੀ ਸੀ ਜਿਹੜੀ ਹੋਸਟ ਕਰ ਰਹੀ ਸੀ, ਤੇ ਉਹਨੇ ਸਾਨੂੰ ਐਜ਼ ਅ ਸਿੱਖ ਇਨੀਸ਼ੀਏਟਿਵ ਕਰਕੇ ਕੀਤਾ ਇੰਟਰੋਡਿਊਸ। ਤੇ ਬਾਅਦ ਚੋਂ ਆਪ ਦੱਸਣ ਲੱਗ ਗਈ ਜਦੋਂ ਗੱਲਬਾਤ ਹੋਈ ਨਾ, कि जैसे लंगर होता है तो लंगर में किसी का जात धर्म नहीं पूछा जाता, वैसे इको सिख दे नाल मैनू जुड़न दा मान है कि ये सारे ही इन्हां दे नाल इनक्लूसिव ने। सो आउटलुक खुद ब खुद चेंज होनी शुरू हुई। दैट वाज मतलब मैनू जिहड़ी दिल नू छुई गल। ते फिर मैं उन्हां नू सारियां दे नाम दस्से इदां, मैं कहा भी ये कोई ਇਹ ਨਹੀਂ ਵੀ ਸਾਰੇ ਸਾਡੇ ਨਾਲ ਪਗੜੀ ਵਾਲੇ ਬੰਦੇ ਨੇ। ਪਿਛਲੀ 9 ਤਰੀਕ ਨੂੰ ਸਾਡੇ ਨਾਲ ਸ਼ੁਭੇਂਦੂ ਸ਼ਰਮਾ, ਸਨੀ ਗੋਇਲ ਤੇ ਗੌਰਵ ਗੁੱਜਰ, ਯਾਮਨੀ ਗੁੱਜਰ, ਸਾਰੇ ਲੋਕ ਅਸੀਂ ਇਕੱਠੇ ਰਲ ਕੇ ਫੋਰੈਸਟ ਲਗਾ ਰਹੇ ਸੀ। ਤਾਂ ਮਰੂਬੰਦੀ ਉਹਨਾਂ ਨੂੰ ਦੱਸੀ ਸਾਰੀ ਸਟੋਰੀ। ਤਾਂ ਉਹਨਾਂ ਦਾ ਮੇਨ ਇਹ ਸੀਗਾ ਮੁੱਦਾ ਕਿ ਯੰਗਸਟਰ ਜਿਹੜਾ ਅੱਜ ਦੀ ਡੇਟ 'ਚ ਹੈਗਾ ਉਹ ਇੰਡੀਆ ਤੋਂ ਥੱਕਿਆ ਹੋਇਆ, ਸਾਡੇ ਜਿਹੜਾ ਮਾਹੌਲ ਬਣਿਆ ਕਰਪਸ਼ਨ ਵਾਲਾ ਉਹ ਤੋਂ ਥੱਕਿਆ ਹੋਇਆ, ਤੇ ਕੋਵਿਡ ਦੇ ਵਿੱਚ ਕੀ ਸੋਚਣਾ ਚਾਹੀਦਾ ਉਹਨੂੰ, ਤੇ ਕੀ ਉਸ ਤੋਂ ਬਾਅਦ ਐਕਸ਼ਨ ਪੁਆਇੰਟ ਕੀ ਹੋਣਾ ਚਾਹੀਦਾ ਹੈ ਵੀ ਜੇ ਇਹਨੇ ਕਲਾਈਮੇਟ ਚੇਂਜ ਨੂੰ ਆਪਣੇ ਕਾਬੂ 'ਚ ਲੈਣਾ ਹੈ, ਵੀ ਕੋਈ ਐਕਸ਼ਨ ਕਰਨਾ ਤੇ ਲੋਕਲ ਲੈਵਲ ਤੇ, ਪਰਸਨਲ ਲੈਵਲ ਤੇ, ਕਮਿਊਨਿਟੀ ਲੈਵਲ ਤੇ, ਕਾਲਜ ਲੈਵਲ ਤੇ ਕਿੱਦਾਂ ਦੇ ਲਏ ਜਾ ਸਕਣ। ਸੋ ਇਦਾਂ ਦੇ ਉਹਨਾਂ ਦੇ ਕੁਐਰੀਜ਼ ਸੀਗੀਆਂ ਤੇ ਮੇਰੇ ਲਈ ਆਪ ਬਹੁਤ ਵਧੀਆ ਰਿਹਾ ਸੈਸ਼ਨ। ਮੈਨੂੰ ਆਪ ਨੂੰ ਮਜ਼ਾ ਆਇਆ ਉਹਨਾਂ ਨਾਲ ਗੱਲਬਾਤ ਕਰਦਿਆਂ, ਜਿਹੜੀਆਂ ਸਟੋਰੀਜ਼ ਸਪੈਸ਼ਲੀ ਉਹਨਾਂ ਨੂੰ ਸੁਣਾਈਆਂ, ਵੁਲਸ ਵਾਲੀ, ਹਾਊ ਵੁਲਸ ਕੈਨ ਚੇਂਜ ਦਾ ਕੋਰਸ ਆਫ ਰਿਵਰਸ, ਉਹ ਯੈਲੋ ਸਟੋਨ ਵਾਲੀ ਸੁਣਾਈ। ਫਿਰ ਜਿਹੜੀਆਂ ਸਨੀ ਜੀ ਨੇ ਸੁਣਾਈਆਂ ਸੀ ਸਾਨੂੰ ਕਿ ਬਾਇਓਡਾਇਵਰਸਿਟੀ ਨੂੰ ਛੇੜਛਾੜ ਕਰਨ ਨਾਲ ਕਿੱਦਾਂ ਪੈਂਡੈਮਿਕਸ ਇਨ ਦਾ ਹਿਸਟਰੀ ਜਿਹੜੇ ਪਾਸਟ ਦੇ ਵਿੱਚ ਅਮਰੀਕਾ 'ਚ ਵੀ ਹੋਏ ਜਾਂ ਕਿਤੇ ਕਿਤੇ ਹੋਏ, ਉਹ ਸਟੋਰੀਜ਼ ਉਹਨਾਂ ਨਾਲ ਸ਼ੇਅਰ ਕੀਤੀਆਂ। ਆਪਣੀਆਂ ਨਿੱਜੀ ਸਟੋਰੀ ਸੀ ਮਰੂਬੰਦੀ ਕਿ ਅਸੀਂ ਜਿਸ ਘਰ 'ਚ ਰਹੇ ਉੱਥੇ ਪਿੰਡ 'ਚ 4 ਦਿਨ, ਵੀ ਸਾਡੀ ਵੀ ਵਰ ਟੋਟਲੀ ਇੰਡੀਪੈਂਡੈਂਟ ਫਰੋਮ ਫੂਡ, ਸ਼ੈਲਟਰ ਐਂਡ ਕਲੋਥਿੰਗ। ਸੋ ਉੱਥੋਂ ਦੇ ਲੋਕ ਆਪ ਹੀ ਬਣਾਉਂਦੇ ਆਪਣਾ ਫੂਡ, ਆਪਣੇ ਸਾਬਣ ਆਪ ਬਣਾ ਰਹੇ ਹੈ, ਆਪਣੀ ਟੁੱਥਪੇਸਟ ਆਪ ਬਣਾ ਰਹੇ, ਭਾਂਡੇ ਮਾਂਜਣ ਵਾਸਤੇ ਰੇਤ ਹੈ ਉਹਨਾਂ ਕੋਲ, ਵੀ ਬਾਹਰੋਂ ਉਹਨਾਂ ਨੂੰ ਕੁਛ ਨਹੀਂ ਲਿਆਉਣਾ ਪੈਂਦਾ। ਤੇ ਕਲਾਈਮੇਟ ਦੇ ਉੱਤੇ ਜਾਂ ਕਹਿ ਲਈਏ ਕਾਰਬਨ ਫੁੱਟਪ੍ਰਿੰਟ 0 ਹੈ ਉਹਨਾਂ ਦਾ। ਤਾਂ ਉਹ ਚੀਜ਼ ਤੋਂ ਬੜੇ ਪ੍ਰਭਾਵਿਤ ਉਹ ਸਾਰੇ ਹੋਏ ਫਿਰ ਵੀ ਹਾਂ ਵੀ these are a few things in addition ਜਿਹੜੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਆਪਣੀ ਕੰਪੋਸਟਿੰਗ ਸ਼ੁਰੂ ਕਰੋ। ਤੇ they knew ਕਿ ਆਪਣੇ ਕਿਚਨ ਕੰਪੋਸਟਿੰਗ ਦਾ ਸੈਸ਼ਨ ਹੋਇਆ, ਕਿਚਨ ਗਾਰਡਨਿੰਗ ਦਾ ਹੋਇਆ, ਵੀ ਇਹ ਸਾਰੇ ਨੌਜਵਾਨ ਪੀੜ੍ਹੀ ਜਿਹੜੀ ਇਹ ਕੰਮ ਸ਼ੁਰੂ ਕਰ ਸਕਦੀ ਹੈ। So this was nearly the gist of the conversation yesterday with them.
Karanjit, did I miss anything? Great. I think that's a broadening of our platform. I was just trying to get back to Jaskaran. I think he had to leave because of some family commitment. We'll move up to VG now. Sukhpreet VG's presentation. ਹਾਂਜੀ ਪਵਨੀਤ ਜੀ। ਮਨਪ੍ਰੀਤ ਸਿੰਘ ਜੀ ਦਾ ਮਾਈਕ ਮਿਊਟ ਕਰ ਦਿਓ। ਹਾਂਜੀ ਸੁਖਪ੍ਰੀਤ ਵੀਰ ਜੀ। अच्छा एक सेकंड, वो जसकरण चला गया? Yeah, he's mentioned that I'm leaving due to a family call. A अच्छा, big मैं thank तो you to everyone for the honor. I'll try to connect with him and see that if he can come back for some time. हाँ, वो तो भी जरा अपन सुन लिया ना। जी जी। चलो ठीक है जी, वो फॉरवर्ड जी। हाँ जी ਪਵਨੀਤ ਜੀ, ਮੇਰੀ ਆਵਾਜ਼ ਆ ਰਹੀ ਹੈ? ਵਧੀਆ ਵਧੀਆ। ਕਲੀਅਰ ਹੈ ਜਾਂ ਨਹੀਂ ਕਲੀਅਰ ਦੱਸੋ ਮੈਨੂੰ। ਬਹੁਤ ਕਲੀਅਰ ਹੈ ਸੁਖਪ੍ਰੀਤ ਵੀਰ ਜੀ, ਬਹੁਤ ਕਲੀਅਰ ਹੈ। ਓਕੇ ਜੀ, ਪਵਨੀਤ ਜੀ ਸਕਰੀਨ ਸ਼ੇਅਰ ਦਾ ਮੈਨੂੰ ਦੇਣਾ ਜੀ। ਵੀਰ ਜੀ ਤੁਸੀਂ ਸਕਰੀਨ ਸ਼ੇਅਰ ਦੀ ਇਹਨਾਂ ਨੂੰ ਪਰਮਿਸ਼ਨ ਦੇ ਦਿਓ। ਇਹ ਤਾਂ ਪਵਨੀਤ ਵੀਰ ਜੀ, ਹੀ ਇਜ਼ ਆਲਰੇਡੀ ਪਰਮਿਟਡ, ਮਤਲਬ ਸਕਰੀਨ ਸ਼ੇਅਰਿੰਗ ਤਾਂ ਨਹੀਂ ਸਕਰੀਨ ਸ਼ੇਅਰ ਤੁਸੀਂ ਮੈਨੂੰ ਅਲਾਉ ਕਰੋਗੇ ਤਾਂ ਹੋਏਗਾ। ਮੈਂ ਉਹਦੇ ਤੇ ਇਸ ਟਾਈਮ ਆਪਸ਼ਨ ਸਿਲੈਕਟ ਕੀਤੀ ਹੈ, ਮਲਟੀਪਲ ਪਾਰਟਿਸਿਪੈਂਟਸ ਕੈਨ ਸ਼ੇਅਰ। ਆ ਗਿਆ ਜੀ, ਆ ਗਿਆ। ਹਾਂ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਫੈਕਟ ਆਫ ਨੇਟਿਵ ਸਪੀਸ਼ੀਜ਼ ਐਂਡ ਇਨਵੇਸਿਵ ਸਪੀਸ਼ੀਜ਼ ਇਨ ਐਨ ਈਕੋਸਿਸਟਮ। ਤੇ ਇਹ ਈਕੋਸਿਸਟਮ ਆਪਾਂ ਜਿਹੜਾ ਲੈਣਾ ਹੈ ਪਲਾਂਟਸ ਤੇ ਟਰੀਜ਼ ਵਾਲਾ ਹੀ ਲੈਣਾ ਜੀ, ਸਪੈਸੀਫਿਕਲੀ ਇਨ ਟਰਮਸ ਆਫ ਪਲਾਂਟਸ ਐਂਡ ਟਰੀਜ਼। ਤੇ ਸਭ ਤੋਂ ਪਹਿਲੇ ਆਪਾਂ ਦੇਖਦੇ ਹਾਂ ਆਪਾਂ ਨੇਟਿਵ ਸਪੀਸ਼ੀਜ਼ ਕਿਹਨਾਂ ਨੂੰ ਕਹਿ ਸਕਦੇ ਹਾਂ, ਨੇਟਿਵ ਸਪੀਸ਼ੀਜ਼ ਕੀ ਹੁੰਦੇ ਆ। ਤੇ ਨੇਟਿਵ ਸਪੀਸ਼ੀਜ਼ ਉਹਨਾਂ ਪ੍ਰਜਾਤੀਆਂ ਨੂੰ ਕਹਾਂਗੇ ਜਿਹੜੀਆਂ ਕਿਸੇ ਗਿਵਨ ਰੀਜਨ ਜਾਂ ਈਕੋਸਿਸਟਮ ਦੇ ਵਿੱਚ ਕੁਦਰਤੀ ਤੌਰ ਤੇ ਹੀ ਹੁੰਦੀਆਂ ਨੇ, ਜਾਂ ਤਾਂ ਉੱਥੇ ਇਵੋਲਵ ਹੋਈਆਂ, ਤੇ ਜੇ ਬਾਹਰੋਂ ਵੀ ਆਈਆਂ ਤਾਂ ਆਪੇ ਹੀ ਆਈਆਂ, ਉਹਦੇ ਵਿੱਚ ਕੋਈ ਹਿਊਮਨ ਇੰਟਰਵੈਂਸ਼ਨ ਕੋਈ ਨਹੀਂ ਸੀ, ਸਭ ਕੁਝ ਨੈਚੁਰਲ ਪ੍ਰੋਸੈਸ ਦੇ ਵਿੱਚ ਹੋਇਆ। ਉਹਨਾਂ ਨੂੰ ਅਸੀਂ ਨੇਟਿਵ ਸਪੀਸ਼ੀਜ਼ ਕਹਿੰਦੇ ਹਾਂ ਜੀ। ਨੈਕਸਟ ਦੇਖੀਏ ਇਨਵੇਸਿਵ ਸਪੀਸ਼ੀਜ਼ ਜਾਂ ਜਿਨ੍ਹਾਂ ਨੂੰ ਆਪਾਂ ਨਾਨ ਨੇਟਿਵਸ ਕਹਿੰਦੇ ਆ, ਉਹ ਕੀ ਹੁੰਦੇ ਆ। ਸੁਖਪ੍ਰੀਤ ਜੀ ਕੋਈ ਵਿਸਲਿੰਗ ਸਾਊਂਡ ਆ ਰਹੀ, ਆਈ ਡੋਨਟ ਨੋ ਕਿਸ ਸਾਈਡ ਤੋਂ ਆ ਰਹੀ। ਲੈਟ ਮੀ ਟਰਾਈ ਟੂ ਮਿਊਟ एवरीवन ਐਲਸ। ਤੁਸੀਂ ਬੋਲਿਓ, ਤੁਹਾਡੇ ਜਦੋਂ ਤੁਸੀਂ ਬੋਲਦੇ ਹੋ ਨਾ, ਜਿੱਦਾਂ ਗੁਰਦੁਆਰਿਆਂ ਦੇ ਮਾਈਕ ਚੋਂ ਨਹੀਂ ਆਉਂਦੀ ਹੁੰਦੀ ਵਿਸਲ, ਹਾਂਜੀ ਹਾਂਜੀ, ਉਦਾਂ ਦੀ ਆਉਂਦੀ ਜਦੋਂ ਵੀ ਤੁਸੀਂ ਬੋਲਦੇ ਹੋ। ਚਾਹੇ ਹਾਂਜੀ ਹਾਂਜੀ ਕਿਹਾ ਤੁਸੀਂ, ਉਦੋਂ ਵੀ ਆਵਾਜ਼ ਆਈ ਹੈ। ਤੁਸੀਂ ਐਕਸਟਰਨਲ ਮਾਈਕ ਯੂਜ਼ ਕਰ ਰਹੇ ਹੋ ਜਾਂ ਲੈਪਟਾਪ ਦਾ ਸਟ੍ਰੇਟ ਵੇ? ਨਹੀਂ, ਮੈਂ ਤਾਂ ਇਹੀ ਐਕਸਟਰਨਲ ਮਾਈਕ ਹੀ ਹੈ। ਮਤਲਬ ਦੋ ਸੁਖਪ੍ਰੀਤ ਸਿੰਘ ਨੇ ਸਾਡੀ ਮੀਟਿੰਗ। ਨਹੀਂ ਮੈਂ ਇੱਕ ਹੋ ਗਿਆ ਜੀ। ਹੁਣ ਦੇਖੋ, ਹੁਣ ਆ ਰਹੀ ਹੈ ਵੀ ਠੀਕ ਹੋਈ? ਕੁਝ ਆ ਰਹੀ ਹੈ ਜੀ, ਆ ਰਹੀ ਹੈ। ਹਾਲੇ ਵੀ ਆ ਰਹੀ ਹੈ? ਹਾਂਜੀ, ਜਦੋਂ ਤੁਸੀਂ ਬੋਲਦੇ ਹੋ ਉਦੋਂ ਹੀ ਆਉਂਦੀ ਹੈ। ਹੈਡਫੋਨ ਬਦਲ ਲਿਓ ਜੀ। ਤੁਸੀਂ ਹੈਡਫੋਨ ਲਾਏ ਨੇ? ਹਾਂਜੀ ਹਾਂਜੀ, ਉਹ ਉਤਾਰ ਕੇ ਦੇਖੋ ਤਾਂ। ਮੈਂ ਹੈਡਫੋਨ ਬੰਦ ਕਰਕੇ ਮੋਬਾਈਲ ਤੋਂ ਕਰਦਾ ਜੀ ਫਿਰ। ਨਹੀਂ, ਤੁਸੀਂ ਹੈਡਫੋਨਸ ਉਤਾਰ ਦਿਓ ਮਾਈਕ ਦੇ ਵਿੱਚ। ਆਪਣਾ ਲੈਪਟਾਪ 'ਚ ਜਿਹੜਾ ਮਾਈਕ ਹੁੰਦਾ ਉਹ ਚੁੱਕ ਪੀਸੀ ਤੇ ਹੈਗਾ ਨਾ ਜੀ, ਮੈਂ ਲੈਪਟਾਪ ਤੇ ਨਹੀਂ ਹੈਗਾ। ਅੱਛਾ ਜੀ, ਅੱਛਾ ਜੀ, ਪੀਸੀ ਤੇ ਹੈਗਾ। ਸਕਰੀਨ ਠੀਕ ਹੈ ਜੀ, ਠੀਕ ਹੈ, ਸਮਝਿਆ। ਹੁਣ ਦੇਖੋ ਠੀਕ ਹੈ ਜਾਂ ਨਹੀਂ ਠੀਕ? ਮੈਂ ਫਿਰ ਮੋਬਾਈਲ ਤੋਂ ਸਾਊਂਡ ਲੈ ਲੈਣਾ, ਨਹੀਂ ਤਾਂ ਸਾਊਂਡ ਮੋਬਾਈਲ ਤੋਂ ਲੈ ਲਓ ਜੀ, ਬੈਟਰ ਹੈ। ਓਕੇ, ਇੱਕ ਮਿੰਟ ਜੀ ਬਸ। ਹਾਂਜੀ, ਹੁਣ ਆਵਾਜ਼ ਠੀਕ ਹੈ ਜੀ? ਹਾਂਜੀ, ਤੁਸੀਂ ਇੱਕ ਕੰਮ ਕਰਿਓ, ਜਿਹੜਾ ਲੈਪਟਾਪ ਜਾਂ ਤੁਹਾਡਾ ਪੀਸੀ ਹੈ ਉਹਦੇ ਸਪੀਕਰ ਬੰਦ ਕਰ ਦੇਣਾ।
ਫੋਨ ਤੇ ਹੀ ਸਪੀਕਰ ਔਨ ਰੱਖਣਾ, ਫੋਨ ਦਾ ਹੀ ਤੁਸੀਂ ਉਹ ਰੱਖਣਾ। ਤੇ ਜਸਕਰਨ ਆ ਰਿਹਾ ਜੀ ਅੰਦਰ ਵਾਪਸ। ਪਵਨੀਤ ਇੱਕ ਹੋਰ ਇਨਫੋਰਮੇਸ਼ਨ ਆਈ ਹੈ ਕਿ 10 ਮਿੰਟ ਦੇ ਵਿੱਚ ਮੀਟਿੰਗ ਐਂਡ ਹੋ ਜਾਏਗੀ। ਇਹ ਕੀ ਚੱਕਰ ਹੈ? ਇਦਾਂ ਹੀ ਹੈ ਜੀ, ਕਿਉਂਕਿ ਮੇਰੇ ਕੋਲ ਬੇਸਿਕ ਅਕਾਊਂਟ ਸੀ ਨਾ, ਉਹਦੇ ਤੋਂ ਸ਼ੁਰੂ ਕੀਤੀ ਹੋਈ ਹੈ। ਸੋ ਇਹ ਤੇ ਅਸੀਂ ਕਰਾਂਗੇ ਕਿ ਇਸ ਤੋਂ ਇਮੀਡੀਏਟਲੀ ਬਾਅਦ ਹੁਣੇ ਗਾਈਡ ਕਰ ਦੋ ਨਾ ਫਿਰ। ਇਸ ਤੋਂ ਬਾਅਦ ਦੁਬਾਰਾ ਇੱਕ ਮੀਟਿੰਗ ਨਾਲੋਂ ਨਾਲ ਸ਼ੁਰੂ ਹੋ ਸਕਦੀ ਹੈ, ਅਸੀਂ ਫਿਰ ਰੀਜੁਆਇਨ ਕਰ ਲਵਾਂਗੇ। ਤੁਸੀਂ ਉਹ ਕਰ ਪਾਓਗੇ ਨਾ ਇਮੀਡੀਏਟਲੀ ਨਾਲ ਦੀ ਨਾਲ? ਹਾਂਜੀ ਕਰ ਸਕਦੇ ਹਾਂ ਜੀ। ਸੇਮ ਆਈਡੀ ਸੇਮ ਪਾਸਵਰਡ? ਨਹੀਂ, ਉਹ ਮੈਂ ਗਰੁੱਪ ਵਿੱਚ ਪਾਵਾਂਗਾ ਜੀ ਲਿੰਕ। ਓਕੇ, ਜਸਕਰਨ ਵੀ ਗਰੁੱਪ 'ਚ ਹੈਗਾ? ਜਸਕਰਨ ਨੂੰ ਲੱਗ ਭੇਜ ਦਵਾਂਗਾ। ਓਕੇ ਜੀ, ਠੀਕ ਹੈ ਜੀ। ਸਾਰਿਆਂ ਨੂੰ ਇਨਫੋਰਮ ਕਰ ਦਿਓ ਇੱਕ ਵਾਰੀ ਤੁਸੀਂ ਕਹਿ ਕੇ ਇਹ ਗੱਲ। ਹਾਂਜੀ ਰਵਨੀਤ ਜੀ। ਹਾਂਜੀ ਵੀਰੇ ਜੀ। ਸਾਊਂਡ ਕਿੱਦਾਂ? ਬਿਲਕੁਲ ਵਧੀਆ, ਪਰਫੈਕਟ। ਕੈਰੀ ਔਨ ਜੀ। ਓਕੇ ਜੀ, ਹੁਣ ਆਪਾਂ ਦੇਖਦੇ ਹਾਂ ਆਪਾਂ ਨਾਨ ਨੇਟਿਵਸ ਜਾਂ ਇਨਵੇਸਿਵ ਕਿਹਨਾਂ ਨੂੰ ਕਹਾਂਗੇ। ਨਾਨ ਨੇਟਿਵ ਜਾਂ ਇਨਵੇਸਿਵ ਸਪੀਸ਼ੀਜ਼ ਉਹ ਹੁੰਦੀਆਂ ਨੇ ਜਿਹੜੀਆਂ ਆਪਣੇ ਨੇਟਿਵ ਹੈਬਿਟੈਟ ਜਾਂ ਆਪਾਂ ਕਹ ਲਈਏ ਨੇਟਿਵ ਡਿਸਟ੍ਰੀਬਿਊਸ਼ਨ ਰੇਂਜ ਤੋਂ ਬਾਹਰ ਹੁੰਦੀਆਂ ਨੇ, ਤੇ ਉਹ ਬਾਹਰ ਕਿਸੇ ਹਿਊਮਨ ਐਕਟੀਵਿਟੀ ਕਰਕੇ ਹੁੰਦੀਆਂ ਨੇ। ਤੇ ਇਹ ਹਿਊਮਨ ਐਕਟੀਵਿਟੀ ਡੈਲੀਬਰੇਟ ਵੀ ਹੋ ਸਕਦੀ ਹੈ ਤੇ ਐਕਸੀਡੈਂਟਲ ਵੀ, ਮਤਲਬ ਕਿ ਬੰਦੇ ਨੇ ਆਪ ਵੀ ਉਹ ਸਪੀਸ਼ੀਜ਼ ਬਾਹਰ ਲੈ ਕੇ ਗਿਆ ਹੁੰਦਾ ਹੈ, ਜਾਂ ਐਕਸੀਡੈਂਟਲੀ ਵੀ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ, ਉਹ ਸਪੀਸ਼ੀਜ਼ ਉਹਦੇ ਨਾਲ ਬਾਹਰ ਆ ਜਾਂਦੀ ਹੈ। ਇਹਨੂੰ ਆਪਾਂ ਐਕਸੀਡੈਂਟਲ ਕਹਿੰਦੇ। ਹੁਣ ਆਪਾਂ ਦੇਖਦੇ ਹਾਂ ਨੇਟਿਵ ਸਪੀਸ਼ੀਜ਼ ਕਿਉਂ ਜ਼ਰੂਰੀ ਨੇ। ਆਪਾਂ ਇੰਨੀ ਗੱਲਬਾਤ ਕਰਦੇ ਹਾਂ ਨੇਟਿਵ ਸਪੀਸ਼ੀਜ਼ ਬਾਰੇ, ਇਹਨਾਂ ਦੇ ਕੀ ਇੰਪੋਰਟੈਂਸ ਹੈ। ਸਭ ਤੋਂ ਪਹਿਲਾਂ ਇਹ ਆਲਰੇਡੀ ਅਡੈਪਟਡ ਹੁੰਦੀਆਂ ਸੋਇਲ, ਵੈਦਰ ਤੇ ਵਾਟਰ ਕੰਡੀਸ਼ਨਸ ਦੇ ਵਿੱਚ। ਇਹਨਾਂ ਨੇ ਆਪਣੇ ਆਪ ਨੂੰ ਢਾਲ ਲਿਆ ਹੁੰਦਾ ਤੇ ਬੈਸਟ ਸੂਟਡ ਹੁੰਦੀਆਂ ਨੇ ਉਸ ਏਰੀਆ ਦੇ ਵਿੱਚ, ਉਸ ਈਕੋਸਿਸਟਮ ਦੇ ਵਿੱਚ ਆਪਣੇ ਆਪ ਨੂੰ ਅਡੈਪਟਡ ਹੁੰਦੀਆਂ ਨੇ। ਇਸ ਤੋਂ ਬਾਅਦ ਇਹ ਹੈਲਦੀ ਈਕੋਸਿਸਟਮ ਪ੍ਰਮੋਟ ਕਰਦੀਆਂ ਨੇ। ਇੱਕ ਤਾਂ ਪਹਿਲੇ ਫੂਡ ਪ੍ਰੋਵਾਈਡ ਕਰਦੀਆਂ ਨੇ, ਜਿਸ ਤਰ੍ਹਾਂ ਕਿ ਇੱਕ ਹਰੇਕ ਈਕੋਸਿਸਟਮ ਦੇ ਵਿੱਚ ਫੂਡ ਵੈਬ ਹੁੰਦਾ, ਤੇ ਹਰੇਕ ਨੇਟਿਵ ਪਲਾਂਟਸ ਦਾ ਫੂਡ ਵੈਬ ਦੇ ਵਿੱਚ ਇੱਕ ਵੈਲ ਐਸਟੈਬਲਿਸ਼ਡ ਰੋਲ ਹੁੰਦਾ। ਤੇ ਨੇਚਰ ਦੇ ਵਿੱਚ ਫੂਡ ਵੈਬ ਦੇ ਵਿੱਚ ਕੋਈ ਪਲਾਂਟ ਕਿਸੇ ਦਾ ਫੂਡ ਬਣਦਾ, ਕਿਸੇ ਨੂੰ ਫੂਡ ਦਿੰਦਾ, ਤੇ ਇਸ ਤਰ੍ਹਾਂ ਰੀਸਾਈਕਲਿੰਗ ਚੱਲਦੀ ਰਹਿੰਦੀ ਹੈ। ਹਰੇਕ ਨੇ ਕਿਸੇ ਨਾ ਕਿਸੇ ਤੋਂ ਫੂਡ ਲੈਣਾ ਆਪਣਾ ਜਾਂ ਕਿਸੇ ਨੂੰ ਫੂਡ ਦੇਣਾ। ਇਹ ਰੀਸਾਈਕਲਿੰਗ ਨੇਚਰ ਦੇ ਵਿੱਚ ਚੱਲਦੀ ਰਹਿੰਦੀ ਹੈ। ਤੇ ਜਿਹੜੇ ਨੇਟਿਵ ਹੈਗੇ ਆ ਉਹ ਇਹਦੇ ਵਿੱਚ ਬੈਸਟ ਸੂਟਡ ਹੁੰਦੇ ਆ। ਫਿਰ ਉਹ ਹੈਬਿਟੈਟ ਪ੍ਰੋਵਾਈਡ ਕਰਦੇ ਆ ਬਹੁਤ ਸਾਰੇ ਆਰਗੈਨਿਜ਼ਮਸ ਨੂੰ। ਉਸ ਤੋਂ ਬਾਅਦ ਹੈ ਸਪੋਰਟਸ ਹੋਲਡਸ ਆਫ ਇਨਸੈਕਟਸ। ਜਿਸ ਤਰ੍ਹਾਂ ਕਿ ਜਦੋਂ ਕਿਸੇ ਫਲਾਵਰ ਤੋਂ ਨੈਕਸਟ ਫਰੂਟ ਬਣਨਾ ਹੈ ਜਾਂ ਬੀਜ ਬਣਨਾ ਹੈ, ਤੇ ਉਹਦੇ ਲਈ ਪੋਲੀਨੇਟਰਸ ਦੀ ਜ਼ਰੂਰਤ ਹੁੰਦੀ ਹੈ। ਤੇ ਪੋਲੀਨੇਟਰਸ ਦਾ ਕੰਮ ਇਨਸੈਕਟਸ ਕਰਦੇ ਆ, ਤੇ ਮੇਲ ਗੈਮੀਟ ਤੇ ਫੀਮੇਲ ਗੈਮੀਟ ਨੂੰ ਮਿਲਾ ਕੇ। ਤੇ ਇਸ ਤਰ੍ਹਾਂ ਇਨਸੈਕਟਸ ਤਾਂ ਹੀ ਆਉਂਦੇ ਆ ਜੇ ਉੱਥੇ ਨੇਟਿਵ ਪਲਾਂਟਸ ਹੋਣਗੇ, ਕਿਉਂਕਿ ਜਿਹੜੇ ਇਨਸੈਕਟਸ ਆ ਉਹ ਸਪੈਸ਼ਲਿਸਟ ਹੁੰਦੇ ਆ। ਉਹਨਾਂ ਨੂੰ ਮਤਲਬ ਕਿ ਉਹ ਦੇ ਆਰ ਏਬਲ ਟੂ ਡਾਈਜੈਸਟ ਸਪੈਸਿਫਿਕ ਪਲਾਂਟਸ ਓਨਲੀ, ਕਿਉਂਕਿ ਪਲਾਂਟਸ ਦੇ ਕੈਮੀਕਲ ਕੰਪਾਊਂਡਸ ਹੁੰਦੇ ਆ ਤੇ ਉਹ ਸਾਰੇ ਪਲਾਂਟਸ ਨੂੰ ਹਜਮ ਨਹੀਂ ਕਰ ਸਕਦੇ ਜਿਹੜੇ ਇਨਸੈਕਟਸ ਹੁੰਦੇ ਆ। ਤੇ ਉਹ ਸਪੈਸ਼ਲਿਸਟ ਜਿਸ ਪਲਾਂਟ ਨੂੰ ਉਹਨਾਂ ਨੇ ਖਾਣਾ ਹੈ, ਉਹਨਾਂ ਨੂੰ ਹੀ ਉਹਨੇ ਖਾਣਾ ਹੁੰਦਾ, ਉਹ ਦੂਸਰੇ ਪਲਾਂਟ ਨੂੰ ਖਾ ਵੀ ਨਹੀਂ ਸਕਦੇ। ਤੇ ਇਸ ਤਰ੍ਹਾਂ ਕਰਕੇ ਉਹ ਸਾਈਕਲ ਜਿਹੜਾ ਉਹ ਚੱਲਦਾ ਰਹਿੰਦਾ ਨੇਚਰ ਦਾ। ਤੇ ਨੇਟਿਵਸ ਜੇ ਚਲੇ ਜਾਣਗੇ ਉੱਥੋਂ ਦੀ, ਕਿਧਰੋਂ ਘੱਟ ਹੋ ਜਾਣਗੇ, ਤਾਂ ਉੱਥੇ ਜਿਹੜਾ ਈਕੋਸਿਸਟਮ ਹੈ ਉਹ ਥੋੜਾ ਡਿਸਟਰਬ ਹੋ ਜਾਂਦਾ ਜੀ। ਉਸ ਤੋਂ ਬਾਅਦ ਦੇਖਦੇ ਆਪਾਂ ਨੇਟਿਵਸ ਦੇ ਲਈ fewer resources are required at the time of plantation। ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਨੇਟਿਵਸ ਹੁੰਦੇ ਆ ਉਹ ਈਜ਼ੀਲੀ ਪਲਾਂਟ ਹੋ ਜਾਂਦੇ ਆ। ਜ਼ਿਆਦਾ ਆਪਾਂ ਕਹਿ ਲਈਏ ਜ਼ਿਆਦਾ ਨਖਰੇ ਜੇ ਨਹੀਂ ਕਰਦੇ, ਸੌਖੇ ਹੀ ਹੁੰਦੇ ਆ, ਤੇ ਉਹਨਾਂ ਦੀ ਮੇਨਟੇਨੈਂਸ ਕਾਸਟ ਵੀ ਘੱਟ ਹੁੰਦੀ ਹੈ। ਤੇ ਹਿਊਮਨ ਫੈਕਟਰ ਦੇ ਵਿੱਚ ਦੇਖੀਏ ਕਿ ਸਾਨੂੰ ਹਰਬਸ ਤੇ ਮੈਡੀਸਿਨਸ ਵੀ ਦਿੰਦੇ ਆ, ਜਿੱਦਾਂ ਬਹੁਤ ਸਾਰੇ ਹੋਮੋਪੈਥਿਕ ਮੈਡੀਸਿਨਸ ਵੀ ਪਲਾਂਟਸ ਤੋਂ ਹੀ ਡਰਾਈਵ ਹੁੰਦੀਆਂ। ਤੇ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ, ਆਯੁਰਵੈਦਿਕ ਸਿਸਟਮ ਦੇ ਵਿੱਚ ਆਪਾਂ ਬਹੁਤ ਸਾਰੀਆਂ ਪਲਾਂਟਸ ਤੋਂ ਹੀ ਲੈਂਦੇ ਆ ਜੀ।
ਤੇ ਉਸ ਤੋਂ ਬਾਅਦ ਇਹ ਰਿਲੀਜੀਅਸ ਸਕ੍ਰਿਪਚਰ ਦੇ ਵਿੱਚ ਵੀ ਮੈਂਸ਼ਨ ਨੇ, ਜਿੱਦਾਂ ਆਪਾਂ ਗੱਲ ਕਰਦੇ ਆਵੇਂ ਸਿਮਲ ਦੀ, ਨਿੰਮ ਦੀ, ਕਿੱਕਰ ਦੀ, ਗੁਰਬਾਣੀ ਦੇ ਵਿੱਚ ਆਉਂਦੀਆਂ ਨੇ, ਤੇ ਆਪਾਂ ਨੂੰ ਥੋੜਾ ਸੈਟਿਸਫੈਕਸ਼ਨ ਵੀ ਮਿਲਦੀ ਹੈ, ਨਾਲ ਹੈਪੀਨੈਸ ਤੇ ਸੈਟਿਸਫੈਕਸ਼ਨ ਵੀ ਆਉਂਦੀ ਹੈ। ਫਿਰ ਹੈਲਥੀਅਰ ਲਿਵਿੰਗ এনवायरमेंट ਹੁੰਦਾ ਇਹਨਾਂ ਦੇ ਵਿੱਚ, ਕਿਉਂਕਿ ਇਹ ਸਾਰਾ ਕੁਝ ਇਨ ਹਾਰਮਨੀ ਵਿਦ ਨੇਚਰ ਹੁੰਦਾ, ਕੁਦਰਤੀ ਹੁੰਦਾ, ਕੁਦਰਤ ਦੇ ਅਨੁਸਾਰ ਹੁੰਦਾ, ਇਹਦੇ ਵਿੱਚ ਕੋਈ ਆਰਟੀਫੀਸ਼ੀਅਲ ਕੁਝ ਨਹੀਂ ਹੁੰਦਾ, ਕੁਦਰਤ ਦੇ ਅਨੁਸਾਰ ਹੀ ਚੱਲਦਾ ਹੈ, ਇਸ ਕਰਕੇ ਇਹਨਾਂ ਦੀ ਜ਼ਿਆਦਾ ਇੰਪੋਰਟੈਂਸ ਰਹਿੰਦੀ ਹੈ। ਨੈਕਸਟ ਆਪਾਂ ਦੇਖਦੇ ਹਾਂ ਜੀ ਇਹਨਾਂ ਦੀ ਨੇਟਿਵਸ ਦੀ ਵਾਈਲਡ ਲਾਈਫ ਦੇ ਲਈ ਕੀ ਇੰਪੋਰਟੈਂਸ ਹੈ, ਉਹ ਕਿਉਂ ਵਾਈਲਡ ਲਾਈਫ ਦੀ ਇੰਪੋਰਟੈਂਟ ਹੈ। ਜਿੱਦਾਂ ਸ਼ੀਤਲ ਆਮਟੇ ਜੀ ਵੀ ਕਹਿ ਰਹੇ ਸੀ ਕਿ ਸਾਡੇ ਜੰਗਲ ਦੇ ਵਿੱਚ ਲੈਪਰਡਸ ਆਏ ਜਾਂ ਪੀਕੌਕਸ ਆਏ, ਤੇ ਉਹ ਕੀ ਇੰਪੋਰਟੈਂਸ ਹੈ ਇਹਦੇ ਲਈ, ਆਪਾਂ ਇਹ ਦੇਖਦੇ ਹਾਂ ਜੀ। ਪਹਿਲਾ ਕਿ ਇਹ ਇਕੱਠੇ ਹੀ ਇਵੋਲਵ ਹੋਏ, ਇਵੋਲਵ ਟੁਗੇਦਰ ਟੂ ਫਾਰਮ ਅ ਲੋਕਲ ਇਕੋਸਿਸਟਮ। ਜਿਸ ਤਰ੍ਹਾਂ ਨੇਚਰ ਇਵੋਲਵ ਹੋਈ, ਪੇੜ ਪੌਦੇ ਇਵੋਲਵ ਹੋਏ, ਤੇ ਨਾਲ ਹੀ ਵਾਈਲਡ ਐਨੀਮਲਸ ਇਵੋਲਵ ਹੋਏ, ਤੇ ਇਸ ਤਰ੍ਹਾਂ ਇਕੱਠੇ ਇਵੋਲਵ ਹੁੰਦੇ ਹੁੰਦੇ ਉਹਨਾਂ ਦੀ ਆਪਸ ਰਿਲੇਸ਼ਨਸ਼ਿਪ ਬਣ ਜਾਂਦੀ ਹੈ, ਤੇ ਉਹ ਉਹਨਾਂ ਨੂੰ ਆਪਸ 'ਚ ਹੀ ਉਹਨਾਂ ਦਾ ਉੱਥੇ ਹੀ ਰਹਿਣਾ, ਉੱਥੇ ਹੀ ਉਹਨਾਂ ਨੇ ਸਭ ਕੁਝ ਕਰਨਾ ਹੈ, ਤੇ ਉਹ ਬਿਲਕੁਲ ਇੱਕ ਦੂਜੇ ਨੂੰ ਜਾਣ ਪਛਾਣ ਦੀ ਹੋਈ ਹੁੰਦੀ ਹੈ, ਪਲਾਂਟਸ ਦੀ ਤੇ ਵਾਈਲਡ ਲਾਈਫ ਦੀ। ਉਸ ਤੋਂ ਬਾਅਦ ਜਿਹੜੀ ਵਾਈਲਡ ਲਾਈਫ ਹੈ ਉਹ ਪਲਾਂਟਸ ਦੇ ਉੱਤੇ ਹੀ ਡਿਪੈਂਡ ਕਰਦੀ ਹੈ, ਨੇਟਿਵਸ ਦੇ ਉੱਤੇ ਹੀ ਡਿਪੈਂਡ ਕਰਦੀ ਹੈ ਫੂਡ ਦੇ ਲਈ। ਕੁਝ ਐਨੀਮਲਸ ਹਰਬੀਵੋਰਸ ਐਨੀਮਲਸ ਲੋਕਲ ਨੇਟਿਵਸ ਪਲਾਂਟਸ ਖਾਂਦੇ ਆ, ਤੇ ਜਿਹੜੇ ਉੱਥੇ ਦੇ ਕਾਰਨੀਵੋਰਸ ਹੁੰਦੇ ਆ ਉਹ ਉਹਨਾਂ ਹਰਬੀਵੋਰਸ ਐਨੀਮਲਸ ਨੂੰ ਖਾਂਦੇ ਆ, ਤੇ ਇਸ ਤਰ੍ਹਾਂ ਇੱਕ ਸਾਈਕਲ ਬਣਿਆ ਹੁੰਦਾ। ਤੇ ਜੇ ਕਿਸੇ ਏਰੀਆ ਦੇ ਵਿੱਚੋਂ, ਕਿਸੇ ਈਕੋਸਿਸਟਮ ਦੇ ਵਿੱਚੋਂ ਕੋਈ ਨੇਟਿਵ ਟਰੀਜ਼ ਘਟ ਜਾਣ ਤਾਂ ਉਹ ਕਾਰਨੀਵੋਰਸ ਐਨੀਮਲਸ ਲਈ ਵੀ ਇਫੈਕਟ ਹੁੰਦਾ, ਕਿਉਂਕਿ ਉਹਨਾਂ ਦੇ ਹਰਬੀਵੋਰਸ ਐਨੀਮਲਸ ਉੱਥੋਂ ਘਟ ਜਾਣਗੇ ਤੇ ਕਾਰਨੀਵੋਰਸ ਦੀ ਫੂਡ ਵੀ ਉੱਥੋਂ ਖਤਮ ਹੋ ਜਾਏਗੀ। ਤੇ ਇਸ ਤਰ੍ਹਾਂ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਇੱਕ ਪੇੜ ਕੱਟਣ ਨਾਲ ਜਾਂ ਕਿਸੇ ਖਾਸ ਪ੍ਰਜਾਤੀ ਦੇ ਨੇਟਿਵਸ ਕੱਟਣ ਨਾਲ ਉੱਥੇ ਦੇ ਕਾਰਨੀਵੋਰਸ ਐਨੀਮਲਸ ਵੀ ਘਟ ਜਾਂਦੇ ਆ। ਕਾਰਨੀਵੋਰਸ ਮਤਲਬ ਮਾंस ਖਾਣ, ਦੱਸ ਦਿਓ ਜੀ। ਮਾंस ਖਾਣ ਵਾਲੇ ਜਾਨਵਰਾਂ ਤੇ ਵੀ ਇਫੈਕਟ ਆਉਂਦਾ ਇਹਨਾਂ ਦਾ। ਨੈਕਸਟ ਹੈ ਕੈਮੋਫਲੇਜ ਪ੍ਰੋਵਾਈਡ ਕਰਦੇ ਆ। ਰਾਜਨ ਜੀ ਕੋਈ ਕੁਐਸਚਨ ਪੁੱਛਣ ਲੱਗੇ ਜੀ, 1 ਮਿੰਟ ਮੈਨੂੰ ਲੱਗਦਾ। ਆ ਜਿਹੜਾ ਲਾਸਟ ਕੁਐਸਚਨ, ਲਾਸਟ ਪੁਆਇੰਟ ਜਿਹੜਾ ਦੁਬਾਰਾ ਰਿਪੀਟ ਕਰੋਗੇ, ਜਿਹੜਾ ਵਾਈਲਡ ਲਾਈਫ ਵਾਲਾ ਫੂਡ ਵਾਲਾ ਜੀ? ਹਾਂਜੀ, ਆ ਜਿਹੜਾ ਤੁਸੀਂ ਕਿਹਾ ਸੀ ਨਾ ਵਾਈਲਡ ਲਾਈਫ ਡਿਪੈਂਡ ਔਨ ਸਰਟਨ, ਹਾਂਜੀ ਠੀਕ ਹੈ ਮੈਂ ਸਮਝ ਗਿਆ, ਠੀਕ ਹੈ। ਹਾਂਜੀ, ਵਾਈਲਡ ਲਾਈਫ ਦੇ ਵਿੱਚ ਆਪਾਂ ਜਿਹੜੇ ਹਰਬੀਵੋਰਸ ਐਨੀਮਲਸ ਹੈ ਉਹ ਤਾਂ ਨੇਟਿਵਸ ਨੂੰ ਖਾਂਦੇ ਹੀ ਆ ਜੀ, ਹਾਂਜੀ, ਤੇ ਜਿਹੜੇ ਕਾਰਨੀਵੋਰਸ ਹੈ ਉਹ ਹਰਬੀਵੋਰਸ ਨੂੰ ਖਾਂਦੇ ਆ। ਓਕੇ ਠੀਕ ਹੈ। ਜਿਹੜਾ ਬੈਲੈਂਸ ਹੁੰਦਾ ਨਾ ਜੀ ਪ੍ਰੇ ਜੇ ਤੇ ਉੱਥੇ ਨੇਟਰ ਦਾ, ਉਹ ਉਹਨਾਂ ਨਾਲ ਹੀ ਬਣਿਆ ਰਹਿੰਦਾ। ਹਾਂ ਠੀਕ ਹੈ। ਇਹ ਸਾਰਾ ਸਾਈਕਲ ਇਸ ਤਰ੍ਹਾਂ ਹੀ ਬਣਿਆ ਰਹਿੰਦਾ ਜੀ। ਜੇ ਨੇਟਿਵਸ ਘਟ ਜਾਣਗੇ ਤਾਂ ਉਹਦਾ ਇਫੈਕਟ ਕਾਰਨੀਵੋਰਸ ਮਾंस ਖਾਣ ਵਾਲਿਆਂ ਤੇ ਵੀ ਆ ਜਾਂਦਾ। ਠੀਕ ਹੈ ਜੀ। ਸੁਖਪ੍ਰੀਤ ਵੀਰ ਜੀ, ਹਾਂਜੀ, ਅਗਲੀ ਸਲਾਈਡ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਇਹ ਵਾਲੀ ਮੀਟਿੰਗ ਦੀ ਜਿਹੜੀ ਟਾਈਮ ਲਿਮਿਟ ਹੈ ਜ਼ੂਮ ਅਕਾਊਂਟ ਦੀ, ਉਹ 1 ਮਿੰਟ ਹੀ ਰਹਿ ਗਏ। ਅਗਲਾ ਜਿਹੜਾ ਸੈਸ਼ਨ ਦਾ ਲਿੰਕ ਹੈ ਉਹ ਮੈਂ ਗਰੁੱਪ ਦੇ ਵਿੱਚ ਪਾ ਦਿੱਤਾ। ਡਾਕਟਰ ਰਾਜਵੰਤ ਜੀ ਤੁਹਾਨੂੰ ਸੈਪਰੇਟ ਭੇਜ ਦਿੱਤਾ ਜੀ। Excellent presentation. Please come back soon. ਅੱਛਾ ਜੀ, ਤੇ ਤੁਸੀਂ ਉਹ ਦੁਬਾਰਾ ਉੱਥੇ ਤੇ ਜੁਆਇਨ ਕਰੋ। ਰਵਨੀਤ ਵੀਰ ਜੀ, ਹਾਂਜੀ ਮੈਂ ਆ ਗਿਆ ਜੀ ਹੁਣੇ। ਤੁਸੀਂ ਇਹ ਵਾਲੀ ਮੀਟਿੰਗ ਨੂੰ ਲੀਵ ਕਰ ਦਿਓ ਤੇ ਦੂਜਾ ਸਟਾਰਟ ਕਰ ਦਿਓ। ਮੈਂ ਕਰਨੀ ਸਟਾਰਟ ਹੋ? ਹਾਂਜੀ, ਓਕੇ।